ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਜਾਲੂ ਪ੍ਰਭੂ, ਤੇਰਾ ਸ਼ੁਕਰ ਹੈ ਕਿ ਤੂੰ ਰੋਜ਼ ਸਾਨੂੰ ਆਪਣੇ ਵਚਨ ਦੇ ਮਨੇ ਨਾਲ ਤ੍ਰਿਪਤ ਕਰਦਾ ਹੈ ਅਤੇ ਸਾਡੀ ਆਤਮਾ ਨੂੰ ਆਪਣੇ ਵਚਨ ਦੇ ਨਾਲ ਸ਼ਾਂਤੀ ਦਿੰਦਾ ਹੈ। ਉਸ ਦੇ ਲਈ ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ ਕਰਦੇ ਹਾਂ। ਅੱਜ ਦਾ ਜੋ ਵਚਨ ਆਪਨੇ ਸਾਨੂੰ ਆਪਣੀ ਕਿਰਪਾ ਦੇ ਨਾਲ, ਆਪਣੇ ਸਮਝ ਦੇ ਨਾਲ, ਆਪਣੇ ਗਿਆਨ ਦੇ ਨਾਲ, ਉਹ ਪਰਮੇਸ਼ਰ ਪਿਤਾ ਆਪਣੀ ਕਿਰਪਾ ਦੇ ਨਾਲ ਸਾਨੂੰ ਦੇਣ ਜਾ ਰਿਹਾ ਹੈ। ਸਾਡੀ ਆਤਮਾ ਦੀ ਤ੍ਰਿਪਤੀ ਦੇ ਲਈ, ਉਸ ਨੂੰ ਸਾਨੂੰ ਸਮਝਣ ਦੇ ਲਈ ਔਰ ਉਸ ਦੇ ਅਨੁਸਾਰ ਜੀਵਨ ਬਤੀਤ ਕਰਨ ਦੇ ਲਈ ਸਾਡੀ ਮਦਦ ਕਰੀ, ਤਾਂ ਕਿ ਤੇਰਾ ਹੀ ਨਾਮ ਸਾਡੇ ਜੀਵਨ ਵਿੱਚ ਉੱਚਾ ਹੋਵੇ। ਤੂੰ ਵਧੇ ਤੇ ਅਸੀਂ ਘਟੀਏ, ਅਜਿਹਾ ਹੋਣ ਦੇ ਲਈ ਸਾਰਾ ਆਦਰ ਮਾਨ ਆਪ ਨੂੰ ਦਿੰਦੇ ਹੋਏ ਅੱਜ ਦੇ ਵਚਨ ਦੀ ਤੌਫੀਕ ਤੇਰੇ ਕੋਲੋਂ ਮੰਗਦੇ ਹੋਏ ਬੇਨਤੀ ਮਸੀਹ ਯਸੂ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ ਮੰਗਦੇ, ਆਮੀਨ। ਪਿਆਰੇ ਅਜ਼ੀਜ਼, ਅੱਜ ਦੇ ਜੋ ਵਚਨ ਦਾ ਮੈਂ ਭਾਗ ਲਿਆ ਹੈ, ਕਹਾਵਤਾਂ 30 ਅਧਿਆਏ ਉਸ ਦੀ 29 ਤੋਂ ਲੈ ਕੇ 31 ਆਇਤਾਂ ਤੱਕ ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ। ਇੱਥੇ ਲਿਖਿਆ ਹੈ, ਇਹ 3 ਵਸਤਾਂ ਹਨ ਜਿਨ੍ਹਾਂ ਦੀ ਤੋਰ ਠਾਠ ਵਾਲੀ ਹੈ, ਸਗੋਂ 4 ਹਨ ਜਿਨ੍ਹਾਂ ਦੀ ਚਾਲ ਸੋਹਣੀ ਹੈ। ਇੱਕ ਤਾਂ ਬੱਬਰ ਸ਼ੇਰ, ਜਿਹੜਾ ਸਾਰੇ ਪਸ਼ੂਆਂ ਦੇ ਵਿੱਚੋਂ ਜਰਵਾਣਾ ਹੈ ਅਤੇ ਕਿਸੇ ਦੇ ਅੱਗੇ ਪਿੱਠ ਨਹੀਂ ਪਾਉਂਦਾ। ਸ਼ਿਕਾਰੀ ਕੁੱਤਾ ਅਤੇ ਬੱਕਰਾ ਅਤੇ ਪਾਤਸ਼ਾਹ ਜਦ ਸੈਨਾ ਉਹਦੇ ਨਾਲ ਹੈ। ਇਹ 4 ਗੱਲਾਂ ਹੈ, ਪਰ ਇਸ ਦਾ ਜੋ ਮੈਂ ਵਿਸ਼ਾ ਲਿਆ ਹੈ ਉਹ ਲਿਆ ਹੈ, ਪਰਿਸਥਿਤੀਆਂ ਕਿਹੋ ਜਿਹੀਆਂ ਵੀ ਹੋਣ, ਸਾਨੂੰ ਪ੍ਰਭੂ ਦੀ ਚਾਲ ਅਤੇ ਸੁਭਾਅ ਵਿੱਚ ਵਧਣਾ। ਪਰਿਸਥਿਤੀਆਂ ਕਿਹੋ ਜਿਹੀਆਂ ਵੀ ਹੋਣ, ਸਾਨੂੰ ਪ੍ਰਭੂ ਦੀ ਚਾਲ ਵਿੱਚ ਵਧਣਾ ਹੈ। ਇੱਥੇ ਅਸੀਂ ਇੱਕ ਚੀਜ਼ ਦੇਖ ਰਹੇ ਹਾਂ ਕਿ ਚਾਲ ਜਿਹੜੀ ਇੱਥੇ ਦੱਸ ਰਿਹਾ, ਤੌਰ ਜਿਹੜੀ ਦੱਸ ਰਿਹਾ ਹੈ, ਉਹ 3 ਅਵਸਥਾ ਦੀ ਦੱਸ ਰਿਹਾ ਔਰ ਤਿੰਨਾਂ ਵਿੱਚੋਂ 4 ਨੂੰ ਰਲਾ ਰਿਹਾ। ਪਹਿਲੀ ਗੱਲ ਉਹ ਦੱਸ ਰਿਹਾ ਬੱਬਰ ਸ਼ੇਰ, ਦੂਸਰਾ ਸ਼ਿਕਾਰੀ ਕੁੱਤਾ, ਤੀਸਰਾ ਬੱਕਰਾ ਅਤੇ ਚੌਥਾ ਪਾਤਸ਼ਾਹ ਰਾਜਾ, ਕਿੰਗ। ਇਹ 4 ਬੰਦਿਆਂ ਦੀ ਤੋਰ ਦੱਸ ਰਿਹਾ ਔਰ ਚਾਰੇ ਬੰਦੇ ਇਹਨਾਂ 4 ਪਰਿਸਥਿਤੀਆਂ ਦੇ ਬਾਰੇ ਸਾਡੇ ਜੀਵਨ ਦੇ ਵਿੱਚ ਵਕਾਸ਼ਵਾ ਕਰਦੇ ਹਨ। ਸੁਲੇਮਾਨ ਜਿਹੜਾ ਸੀ, ਉਹ ਇਹਨਾਂ ਸਾਰੀਆਂ ਗੱਲਾਂ ਦੇ ਵਿੱਚ ਬਹੁਤ ਤੇਜ਼ ਸੀ, ਪਰ ਇਹ ਜਿਹੜਾ ਅਸੀਂ ਵਚਨ ਪੜ੍ਹ ਰਹੇ ਹਾਂ, ਇਹ ਅਗੂਰ ਦਾ ਵਚਨ ਹੈ ਔਰ ਅਗੂਰ ਜਿਹੜਾ ਹੈ ਉਹ ਇਹਨਾਂ ਸਾਰੇ ਗੁਣਾਂ ਨੂੰ, ਜੋ ਬੱਬਰ ਸ਼ੇਰ ਦਾ ਗੁਣ ਹੈ, ਸ਼ਿਕਾਰੀ ਕੁੱਤੇ ਦਾ ਗੁਣ ਹੈ ਔਰ ਬੱਕਰੇ ਦਾ ਗੁਣ ਹੈ ਔਰ ਪਾਤਸ਼ਾਹ ਦਾ ਗੁਣ, ਉਹਨਾਂ ਸਾਰਿਆਂ ਨੂੰ ਸਾਡੇ ਵਿਸ਼ਵਾਸੀ ਜੀਵਨ ਦੇ ਵਿੱਚ ਪ੍ਰਗਟ ਕਰਦੇ। ਇੱਕ ਵਿਸ਼ਵਾਸੀ, ਉਸ ਦੇ ਵਿੱਚ ਹਰ ਤਰ੍ਹਾਂ ਦੀ ਪਰਿਸਥਿਤੀ ਆਉਂਦੀ ਹੈ, ਪਰ ਸਾਨੂੰ ਪ੍ਰਭੂ ਯਸੂ ਮਸੀਹ ਦੇ ਵਿੱਚ ਉਸ ਹਰ ਇੱਕ ਪਰਿਸਥਿਤੀ ਦਾ ਗੁਣ ਸਾਡੇ ਜੀਵਨ ਦੇ ਵਿੱਚ ਮਿਲਦਾ ਅਤੇ ਉਸ ਦੇ ਨਾਲ ਅਸੀਂ ਉਸ ਗੁਣ ਦੇ ਨਾਲ ਆਪਣੇ ਜੀਵਨ ਨੂੰ ਸਫਲ ਬਣਾ ਸਕਦੇ ਹਾਂ। ਇਹ ਸਫਲਤਾ ਦਾ ਸਾਡੇ ਲਈ ਇੱਕ ਰਾਜ ਹੈ। ਅਸੀਂ ਦੇਖਦੇ ਹਾਂ, ਇਸ ਵਿੱਚ 4 ਪ੍ਰਾਣੀਆਂ ਦੇ ਬਾਰੇ ਪੜ੍ਹਦੇ ਹਾਂ ਜਿਨ੍ਹਾਂ ਦੀ ਚਾਲ ਸੋਹਣੀ ਹੈ। 4 ਪ੍ਰਾਣੀਆਂ ਦੇ ਬਾਰੇ ਪੜ੍ਹਦੇ ਹਾਂ ਜਿਨ੍ਹਾਂ ਦੀ ਚਾਲ ਸੋਹਣੀ ਹੈ, ਸਗੋਂ 4 ਹੈ ਜਿਨ੍ਹਾਂ ਦੀ ਚਾਲ ਸੋਹਣੀ ਹੈ। ਸ਼ਿਕਾਰੀ ਕੁੱਤੇ ਦੀ ਆਕਰਸ਼ਿਤ ਚਾਲ ਹੈ, ਬੱਬਰ ਸ਼ੇਰ ਦੀ ਚਾਲ ਹੈ, ਬੱਕਰੇ ਦੀ ਦ੍ਰਿੜ ਚਾਲ ਹੈ ਅਤੇ ਅੰਤ ਵਿੱਚ ਬੈਰੀਆਂ ਤੋਂ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਫਤਿਹਮੰਦ ਰਾਜੇ ਦੀ ਠਾਠ ਵਾਲੀ ਚਾਲ ਹੈ। ਇਹ 4 ਗੱਲਾਂ ਇਸ ਵਿੱਚ ਮੈਂ ਵੇਖਦਾ ਹਾਂ ਅਤੇ ਸਾਨੂੰ ਸਾਡੇ ਮਸੀਹੀ ਜੀਵਨ ਨੂੰ, ਜੋ ਅਸੀਂ ਇਸ ਸੰਸਾਰ ਦੇ ਵਿੱਚ ਬਤੀਤ ਕਰ ਰਹੇ ਹਾਂ, ਨਵੇਂ ਜਨਮ ਪਾਏ ਹੋਏ ਲੋਕ ਜੋ ਇਸ ਦੁਨੀਆ ਦੇ ਵਿੱਚ ਆਪਣੇ ਸਫ਼ਰ ਨੂੰ ਮਸੀਹ ਵਿੱਚ ਬਿਤਾ ਰਹੇ ਆ, ਉਹਨਾਂ ਦੇ ਬਾਰੇ ਇਹ ਇੱਕ ਹੌਸਲਾ ਦੇਣ ਵਾਲੀ, ਇੱਕ ਉਹਨਾਂ ਦੇ ਜੀਵਨ ਦੇ ਵਿੱਚ ਉਹਨਾਂ ਨੂੰ ਮਜ਼ਬੂਤੀ ਦੇਣ ਵਾਲੀ, ਇੱਕ ਉਹਨਾਂ ਦੇ ਇਰਾਦਿਆਂ ਨੂੰ
नेक रास्ते ते चलण वाली, एक फतेहमंद जीवन बतीत करने वाली चाल विश्वासियों को दसी गई है। ये बहुत महत्वपूर्ण है। ਜਦੋਂ ਅਸੀਂ ਇਹਨਾਂ ਦੇ ਨਾਲ ਆਪਣੇ ਜੀਵਨ ਨੂੰ ਬਤੀਤ ਕਰਦੇ ਹਾਂ ਤਾਂ ਸਾਡੇ ਜੀਵਨ ਦੇ ਵਿੱਚ ਪਰਮੇਸ਼ਰ ਦੀ ਮਹਿਮਾ ਉੱਠਦੀ ਹੈ। ਜਦੋਂ ਅਸੀਂ ਇਹਦੇ ਨਾਲ ਚੱਲਦੇ ਹਾਂ ਆਪਣੀ ਚਾਲ ਦੇ ਵਿਖੇ ਵਿੱਚ ਉਹ ਇੱਕੋ ਜਿਹੇ ਸੋਹਣੇ ਹਨ। ਪਹਿਲੀ ਗੱਲ ਅਸੀਂ ਬੱਬਰ ਸ਼ੇਰ ਦੇ ਬਾਰੇ ਵੇਖਦੇ ਹਾਂ। ਤੁਸੀਂ ਬੱਬਰ ਸ਼ੇਰ ਨੂੰ ਚਿੜੀਆਂ ਘਰਾਂ ਦੇ ਵਿੱਚ ਦੇਖਿਆ ਹੋਵੇਗਾ ਜਾਂ ਕਿਸੇ ਅਜਿਹੀ ਜਗ੍ਹਾ ਦੇ ਉੱਤੇ ਵੇਖਿਆ ਹੋਵੇਗਾ, ਪਰ ਮੈਂ ਕਈ ਵਾਰ ਜੰਗਲਾਂ ਦੇ ਵਿੱਚ ਗਿਆ, ਉੱਥੇ ਬਾਘ ਅਤੇ ਇਹਨਾਂ ਸ਼ੇਰਾਂ ਨੂੰ ਵੇਖਿਆ ਹੈ। ਸਾਡੇ ਜਿੱਥੇ ਸਾਡਾ ਘਰ ਸੀ ਉਸ ਘਰ ਦੇ ਬੈਕ ਸਾਈਡ ਦੇ ਉੱਤੇ ਬਹੁਤ ਸਾਰਾ ਜੰਗਲ ਹੈ। ਉਸ ਜੰਗਲ ਦੇ ਵਿੱਚ ਕਈ ਤਰ੍ਹਾਂ ਦੇ ਪ੍ਰਾਣੀਆਂ ਨੂੰ ਦੇਖਣ ਦਾ ਮੌਕਾ ਮੈਨੂੰ ਮਿਲਿਆ ਹੈ ਅਤੇ ਉਹਨਾਂ ਦੇ ਤਜਰਬਿਆਂ ਨੂੰ ਜਦੋਂ ਮੈਂ ਪ੍ਰਭੂ ਦੇ ਵਿੱਚ ਆਇਆ ਤਾਂ ਮੈਨੂੰ ਅਧਿਐਨ ਕਰਦੇ ਕਰਦੇ ਉਹਨਾਂ ਦੀਆਂ ਸਾਰੀਆਂ ਚੀਜ਼ਾਂ ਮੈਨੂੰ ਆਪਣੇ ਜੀਵਨ ਦੇ ਵਿੱਚ ਵਿਅਕਤੀਗਤ ਨਜ਼ਰ ਆਈਆਂ। ਪਰ ਜਦੋਂ ਮੈਂ ਇਸ ਬੱਬਰ ਸ਼ੇਰ ਦੇ ਬਾਰੇ ਗੱਲ ਕਰਦਾ ਹਾਂ ਤਾਂ ਬੱਬਰ ਸ਼ੇਰ ਦੇ ਜਿਹੜੀ ਚਾਲ ਹੈ ਉਹ ਜਦੋਂ ਚੱਲਦਾ ਬੜਾ ਸੋਹਣਾ ਲੱਗਦਾ, ਬੜਾ ਵਧੀਆ ਲੱਗਦਾ, ਔਰ ਉਹਦਾ ਫਰੰਟ ਫੇਸ ਜਿਹੜਾ ਬੜਾ ਡਰਾਵਣਾ ਉਹ ਵੀ ਅੱਛਾ ਲੱਗਦਾ ਹੈ। ਪਰ ਉਸ ਦੇ ਵਿੱਚ ਇੱਕ ਖਾਸੀਅਤ ਹੈ। ਜਦੋਂ ਖੱਡਾਂ ਦੇ ਵਿੱਚ ਪਾਣੀ ਆ ਜਾਂਦਾ ਸੀ ਜਾਂ ਉਸ ਨੂੰ ਆਪਣਾ ਨਦੀ ਕ੍ਰੋਸ ਕਰਨੀ ਪੈਂਦੀ ਸੀ ਤਾਂ ਉਸ ਦਾ ਇੱਕ ਬੜਾ ਅੱਛਾ ਨਿਯਮ ਹੈ। ਉਹ ਜਦੋਂ ਤੈਰਦਾ ਹੈ, ਕਿੰਨਾ ਵੀ ਤੇਜ਼ ਵਹਾਅ ਹੋਵੇ, ਉਹ ਪਾਣੀ ਦੇ ਵਿੱਚ ਸਿੱਧਾ ਹੀ ਕ੍ਰੋਸ ਕਰਕੇ ਜਾਂਦਾ, ਸਿੱਧਾ ਹੀ। ਜਦੋਂ ਅਸੀਂ ਉਸ ਨੂੰ ਵਹਿੰਦੇ ਹੋਏ ਪਾਣੀ ਵਿੱਚ ਸ਼ੇਰ ਨੂੰ ਤੈਰਦੇ ਹੋਏ ਵੇਖਣਾ ਇੱਕ ਸੋਹਣਾ ਦ੍ਰਿਸ਼ ਹੈ। ਵਹਾਅ ਕਿਸੇ ਵੀ ਤਰ੍ਹਾਂ ਦਾ ਹੋਵੇ ਤਾਂ ਵੀ ਸ਼ੇਰ ਤੈਰ ਕੇ ਸਿੱਧਾ ਪਾਰ ਨਿਕਲ ਜਾਵੇਗਾ ਅਤੇ ਵਹਾਅ ਨੂੰ ਰੁਕਾਵਟ ਨਹੀਂ ਪਾਉਣ ਦਿੰਦਾ ਹੈ। ਇਸੇ ਤਰ੍ਹਾਂ ਹਰ ਮਸੀਹੀ ਨੂੰ ਚੱਲਣਾ ਚਾਹੀਦਾ ਹੈ, ਮਗਰ ਉੱਥੇ ਸਿੱਧੇ ਤੁਰਦੇ ਹੋਏ ਕਿਸੇ ਵੀ ਪਰਤਾਵੇ ਨਾਲ ਖਿੱਚੇ ਜਾਣ ਤੋਂ ਬਿਨਾਂ ਅਸੀਂ ਪਰਤਾਵੇ ਦੁਆਰਾ ਖਿੱਚੇ ਨਹੀਂ ਜਾਂਦੇ ਹਾਂ। ਜਦ ਅਸੀਂ ਧਾਰਮਿਕਤਾ ਦਾ ਰਾਹ ਵੇਖੀਏ ਤਦ ਉਸ 'ਤੇ ਚੱਲਣਾ ਵੀ ਚਾਹੀਦਾ ਹੈ। ਮੁਸੀਬਤਾਂ ਆਉਣ, ਰੁਕਾਵਟਾਂ ਆਉਣ ਅਤੇ ਕਸੌਟੀਆਂ ਆਉਣ, ਪਰ ਸਾਨੂੰ ਸਿੱਧੇ ਪਾਰ ਜਾਣਾ ਚਾਹੀਦਾ। ਇਸ ਤਰ੍ਹਾਂ ਦੀ ਚਾਲ ਅਦਭੁਤ ਹੈ ਅਤੇ ਪ੍ਰਭੂ ਨੂੰ ਭਾਉਂਦੀ ਹੈ। ਕਈ ਵਿਸ਼ਵਾਸੀ ਜਦੋਂ ਉਹਨਾਂ ਦੇ ਜੀਵਨ ਦੇ ਵਿੱਚ ਪਰਤਾਵੇ ਆਉਂਦੇ ਆ, ਉਹਨਾਂ ਨੂੰ ਕਈ ਤਰ੍ਹਾਂ ਦਾ ਪ੍ਰਲੋਭਨ ਆਉਂਦਾ ਹੈ, ਉਹ ਬਹਿਕ ਜਾਂਦੇ ਆ ਅਤੇ ਪਰਮੇਸ਼ਵਰ ਦੀ ਉਸ ਸਿੱਧੀ ਚਾਲ ਤੋਂ ਡਿੱਗ ਜਾਂਦੇ ਜੋ ਪਰਮੇਸ਼ਵਰ ਪੁੱਤਰ ਸਾਨੂੰ ਦੇ ਕੇ ਗਿਆ ਹੈ। ਆਪਣੇ ਸੁਭਾਅ ਦੇ ਵਿੱਚ ਪਰਮੇਸ਼ਵਰ ਪੁੱਤਰ ਨੇ ਕਦੇ ਵੀ ਇਸ ਸੰਸਾਰ ਦੇ ਵਿੱਚ ਚੱਲਦਿਆਂ ਹੋਇਆ ਪਰਮੇਸ਼ਵਰ ਦੇ ਕਾਰਜ ਨੂੰ ਪੂਰਾ ਕਰਦਿਆਂ ਹੋਇਆ ਕਿਸੇ ਗੱਲ ਦਾ ਸਮਝੌਤਾ ਨਹੀਂ ਕੀਤਾ। ਉਸਨੇ ਇੱਕੋ ਗੱਲ ਕਹੀ ਆਪਣੇ ਜੀਵਨ ਦੇ ਵਿੱਚ, ਮੈਂ ਪਿਤਾ ਦੀ ਸੁਣਦਾ, ਮੈਂ ਕਿਸੇ ਦੀ ਨਹੀਂ ਸੁਣਦਾ। ਜੋ ਪਿਤਾ ਮੈਨੂੰ ਕਹਿੰਦਾ ਮੈਂ ਸੋਈ ਕਰਦਾ, ਮੈਂ ਆਪਣੀ ਇੱਛਾ ਪੂਰੀ ਨਹੀਂ ਕਰਦਾ, ਮੈਂ ਆਪਣੇ ਭੇਜਣ ਵਾਲੇ ਦੀ ਇੱਛਾ ਨੂੰ ਪੂਰੀ ਕਰਦਾ। ਯਹੋਨਾ 5 ਅਧਿਆਇ ਦੇ ਵਿੱਚ ਪੜ੍ਹੋ ਤਾਂ ਇਹ ਗੱਲਾਂ ਸਾਨੂੰ ਬੜੇ ਸਾਫ਼ ਤਰੀਕੇ ਨਾਲ ਮਿਲਦੀਆਂ। ਇਸ ਕਰਕੇ ਸਾਨੂੰ ਬੱਬਰ ਸ਼ੇਰ ਦੀ ਚਾਲ, ਬੱਬਰ ਸ਼ੇਰ ਨੂੰ ਨਾ ਇੱਧਰ ਡਰ ਹੁੰਦਾ ਨਾ ਇੱਧਰ। ਜਦੋਂ ਮੈਂ ਜੰਗਲ ਦੇ ਵਿੱਚੋਂ ਲੰਘ ਕੇ ਆਉਂਦਾ ਹੁੰਦਾ ਸੀ ਤਾਂ ਮੇਰੇ ਪਿਤਾ ਜੀ ਮੈਨੂੰ ਇੱਕ ਗੱਲ ਕਹਿੰਦੇ ਹੁੰਦੇ ਸੀ, ਇੱਕ ਚੀਜ਼ ਚੇਤਾ ਰੱਖੀ ਪੁੱਤਰ, ਜਦੋਂ ਤੂੰ ਜੰਗਲ ਤੋਂ ਆਉਂਦਾ ਆ, ਤੈਨੂੰ ਕਿਸੇ ਗੱਲ ਦੀ ਬਿੜਕ ਲੱਗੇ ਜਾਂ ਤੈਨੂੰ ਪਤਾ ਲੱਗੇ ਵੀ ਕੋਈ ਪਿੱਛੇ ਜਾਨਵਰ ਆ ਰਿਹਾ ਤਾਂ ਪਿੱਛੇ ਮੁੜ ਕੇ ਨਾ ਦੇਖੀ। ਪਿੱਛੇ ਵੇਖੇਗਾ ਉਹ ਆਪਣੇ ਸ਼ਿਕਾਰ ਦੇ ਵਿੱਚ ਹੋਵੇਗਾ, ਤੈਨੂੰ ਢਾਹ ਲਵੇਗਾ। ਇਸ ਲਈ ਮੈਂ ਜਦੋਂ ਵੀ ਕਦੇ ਵੀ ਆਪਣੇ ਜੰਗਲ ਦੇ ਵਿੱਚੋਂ ਮੈਨੂੰ ਹਨੇਰਾ ਹੁੰਦਾ ਸੀ
ਜਾਂ ਮੈਂ ਆਪਣਾ ਹਨੇਰੇ ਦੇ ਵਿੱਚੋਂ ਕਿਸੇ ਕੰਮ ਦੇ ਵਿੱਚ ਨਿਕਲ ਕੇ ਆਉਂਦਾ ਸੀ, ਸਾਡੀ ਜ਼ਮੀਨ ਜੰਗਲ ਦੇ ਪਾਰ ਹੁੰਦੀ ਸੀ। ਅਸੀਂ ਉੱਥੇ ਵੀ ਜਦੋਂ ਜਾਂਦੇ ਸੀਗੇ ਤਾਂ ਰਾਤ ਨੂੰ ਕਈ ਵਾਰ ਵੇਲਾ ਹੋ ਜਾਂਦਾ, ਇੱਕ ਵੇਲਾ ਹੋ ਜਾਂਦਾ ਸੀ, ਤੇ ਜਦੋਂ ਆਉਂਦੇ ਸੀਗੇ ਤਾਂ ਆਪਣੀ ਸਿੱਧੀ ਚਾਲ ਦੇ ਵਿੱਚ ਆਉਂਦੇ ਸੀ, ਪਿੱਛੇ ਮੁੜ ਕੇ। ਕਦੋਂ ਤੱਕ ਅਸੀਂ ਪਿੱਛੇ ਨਹੀਂ ਮੁੜਦੇ ਸੀ? ਜਦ ਤੱਕ ਅਸੀਂ ਘਰ ਦੀ ਦੇਹਲੀ ਦੇ ਅੰਦਰ ਨਾ ਵੜ ਜਾਈਏ। ਇਹ ਇੱਕ ਪਰਮੇਸ਼ਰ ਪੁੱਤਰ ਨੇ ਸਾਨੂੰ ਸਿੱਧੀ ਚਾਲ, ਪਰਮੇਸ਼ਰ ਪੁੱਤਰ ਇਸ ਸੰਸਾਰ ਦੇ ਵਿੱਚ ਕਿਤੇ ਵੀ ਅਜਿਹੀ ਚਾਲ ਨਹੀਂ ਚੱਲਿਆ ਜਿੱਥੋਂ ਪਰਮੇਸ਼ਵਰ ਨੂੰ ਆਪਣੇ ਪੁੱਤਰ ਦੇ ਉੱਤੇ ਪਛਤਾਵਾ ਕਰਨਾ। ਜਿਵੇਂ ਬਾਈਬਲ ਦੇ ਵਿੱਚ ਲਿਖਿਆ ਹੈ, ਜਦੋਂ ਪਰਮੇਸ਼ਵਰ ਨੇ ਮਨੁੱਖਾਂ ਨੂੰ ਬਣਾਇਆ ਤਾਂ ਉਹਨਾਂ ਦੇ ਬਣਾਉਣ ਤੋਂ, ਜਦੋਂ ਪਾਪ ਦੇ ਵਿੱਚ ਡਿੱਗੇ ਤਾਂ ਲਿਖਿਆ ਉਹਨਾਂ ਦੇ ਬਣਾਉਣ ਤੋਂ ਪਛਤਾਇਆ। ਪਰ ਜਦੋਂ ਪਰਮੇਸ਼ਰ ਪੁੱਤਰ ਨੂੰ ਦੇਖਦਾ ਹੈ, ਪਰਮੇਸ਼ਰ ਪੁੱਤਰ ਇਸ ਧਰਤੀ ਦੇ ਉੱਤੇ ਸਾਡੇ ਪਾਪੀਆਂ ਦੇ ਲਈ ਇੱਕ ਪਵਿੱਤਰ ਕੰਮ ਕਰਕੇ ਗਿਆ। ਜੋ ਜ਼ਿੰਮੇਵਾਰੀ ਪਰਮੇਸ਼ਰ ਨੇ ਪ੍ਰਭੂ ਯਿਸੂ ਮਸੀਹ ਨੂੰ ਦਿੱਤੀ ਸੀ ਕਿ ਪ੍ਰਭੂ ਯਿਸੂ ਮਸੀਹ ਸਮਸਤ ਮਨੁੱਖ ਜਾਤੀ ਦੇ ਲਈ ਆਪਣੀ ਜਾਨ ਕਲਵਰੀ ਕਰੂਸ ਦੇ ਉੱਤੇ ਦੇਵੇ, ਤਾਂ ਕਿ ਉਸ ਬਲੀਦਾਨ ਦੇ ਰਾਹੀਂ ਸਾਰੀ ਮਨੁੱਖ ਜਾਤੀ ਬਚਾਈ ਜਾਵੇ। ਪਰਮੇਸ਼ਰ ਪੁੱਤਰ ਨੇ ਪਰਮੇਸ਼ਰ ਦੀ ਉਸ ਆਵਾਜ਼ ਨੂੰ ਸੁਣ ਕੇ ਕਲਵਰੀ ਕਰੂਸ ਦੇ ਸਫ਼ਰ ਨੂੰ ਮੁਰਦਿਆਂ ਵਿੱਚੋਂ ਜੀ ਉੱਠ ਕੇ ਪੂਰਾ ਕੀਤਾ ਹੈ। ਇਹ ਸਿੱਧੀ ਚਾਲ ਹੈ। ਉਸ ਤੋਂ ਉਪਰੰਤ ਅਸੀਂ ਦੇਖਦੇ ਹਾਂ ਸ਼ਿਕਾਰੀ ਕੁੱਤਾ। ਸ਼ਿਕਾਰੀ ਕੁੱਤਾ ਆਪਣੇ ਸ਼ਿਕਾਰ ਨੂੰ ਫੜਨ ਤੱਕ ਉਸ ਦੇ ਪਿੱਛੇ ਦੌੜਦਾ ਰਹੇਗਾ। ਪ੍ਰਭੂ ਯਿਸੂ ਨੇ ਧਰਤੀ ਤੇ ਸਾਨੂੰ ਇੱਕ ਸੇਵਕਾਈ ਸੌਂਪੀ ਹੈ, ਅਤੇ ਚਾਹੇ ਕਿੰਨੇ ਹੀ ਸੇਵਾ ਅਤੇ ਆਕਰਸ਼ਿਤ ਪੈਸੇ ਜਾਂ ਰਿਸ਼ਵਤ ਹੋਵੇ ਤਾਂ ਵੀ ਅਜਿਹੀ ਸੇਵਾ ਵਿੱਚ ਆਪਣੇ ਆਪ ਨੂੰ ਸਥਿਰ ਨਾ ਕਰੋ। ਆਪਣੀ ਸੇਵਾ ਦੇ ਕੰਮ ਨੂੰ ਪੂਰਾ ਕਰਨ ਦੇ ਲਈ ਸ਼ਿਕਾਰੀ ਕੁੱਤੇ ਵਾਂਗ ਦ੍ਰਿੜਤਾ ਨਾਲ ਅੱਗੇ ਵਧਦੇ ਜਾਣਾ ਹੈ। ਅਜਿਹੀ ਹੀ ਚਾਲ ਪ੍ਰਭੂ ਨੂੰ ਪਸੰਦ ਆਉਂਦੀ ਹੈ। ਤੁਸੀਂ ਸ਼ਿਕਾਰੀ ਕੁੱਤੇ ਦੇਖੇ ਜਾਂ ਨਹੀਂ ਦੇਖੇ, ਪਰ ਅਸੀਂ ਸ਼ਿਕਾਰੀ ਕੁੱਤੇ ਰੱਖੇ ਸੀ ਕਿਉਂਕਿ ਸਾਡਾ ਘਰ ਜੰਗਲ ਦੇ ਨਾਲ ਲੱਗਦਾ ਹੁੰਦਾ ਸੀ। ਜੰਗਲੀ ਸੂਰ ਆ ਜਾਂਦੇ ਸਨ, ਕਈ ਜੰਗਲੀ ਗਿੱਦੜ ਆ ਜਾਂਦੇ ਸਨ, ਕਈ ਤਰ੍ਹਾਂ ਦੇ ਜਾਨਵਰ ਆ ਜਾਂਦੇ ਸੀ, ਬਾਂਦਰ ਆ ਜਾਂਦੇ ਸੀ ਜਿਹੜੇ ਫਸਲਾਂ ਨੂੰ ਉਜਾੜ ਦਿੰਦੇ ਸੀ। ਪਰ ਅਸੀਂ ਸ਼ਿਕਾਰੀ ਕੁੱਤੇ ਰੱਖੇ ਸੀ ਜਿਹੜੇ ਕਿ ਸਾਡੇ ਪਸ਼ੂਆਂ ਦਾ ਅਤੇ ਸਾਡੀ ਫਸਲ ਦਾ ਰਾਖੀ ਕਰਦੇ ਸੀ। ਜਦੋਂ ਉਹਨਾਂ ਨੂੰ ਕੋਈ ਇਸ ਤਰ੍ਹਾਂ ਦੀ ਬਿੜਕ ਮਿਲ ਜਾਂਦੀ ਸੀ, ਉਹ ਉਦੋਂ ਤੱਕ ਉਹਦੇ ਪਿੱਛੇ ਭੱਜਦੇ ਰਹਿੰਦੇ ਸੀ ਜਦ ਤੱਕ ਉਹਨੂੰ ਫੜ ਨਾ ਲੈ, ਔਰ ਉਹਨੂੰ ਘੜੀਸ ਕੇ ਆਪਣੇ ਉਸ ਜਗ੍ਹਾ ਦੇ ਉੱਤੇ ਨਾ ਲੈ ਕੇ ਆ। ਇਹ ਸ਼ਿਕਾਰੀ ਕੁੱਤੇ ਦਾ ਸ਼ਿਕਾਰ ਕਰਨ ਦਾ ਤਰੀਕਾ ਹੁੰਦਾ ਸੀ। ਉਹਨੂੰ ਉਸ ਤੋਂ ਪਹਿਲਾਂ ਟ੍ਰੇਨ ਕੀਤਾ ਜਾਂਦਾ ਹੁੰਦਾ ਸੀ। ਉਹਨੂੰ ਉਹਨਾਂ ਚੀਜ਼ਾਂ ਦੀ ਗੰਧ, ਮਤਲਬ ਕਿ ਜੋ ਉਹਨਾਂ ਦੇ ਸਰੀਰ ਦੀ ਖੁਸ਼ਬੂ, ਉਸ ਦੇ ਬਾਰੇ ਉਹਨੂੰ ਪਛਾਣ ਦਿੱਤੀ ਜਾਂਦੀ ਸੀ। ਸ਼ਿਕਾਰੀ ਕੁੱਤੇ, ਉਹਨਾਂ ਨੂੰ ਹਰ ਚੀਜ਼ ਦਾ ਟਾਰਗੇਟ ਦਿੱਤਾ ਜਾਂਦਾ ਸੀ। ਰਾਤ ਨੂੰ ਉਹਨੂੰ ਖੋਲ ਦਿੱਤਾ ਜਾਂਦਾ ਸੀ ਕਿਉਂਕਿ ਰਾਤ ਨੂੰ ਨੁਕਸਾਨ ਹੋਣ ਦਾ ਡਰ ਹੁੰਦਾ ਹੈ। ਦਿਨ ਨੂੰ ਹਰ ਇੱਕ ਵਿਅਕਤੀ ਆਉਂਦਾ ਜਾਂਦਾ ਸੀ, ਇੰਨਾ ਡਰ ਨਹੀਂ ਸੀ। ਪਰ ਉਹ ਤੋਂ ਸਾਨੂੰ ਇੱਕ ਗੱਲ ਪਤਾ ਲੱਗੀ, ਉਹ ਆਪਣੇ ਸ਼ਿਕਾਰ ਨੂੰ ਉਦੋਂ ਤੱਕ ਨਹੀਂ ਛੱਡਦਾ ਜਦ ਤੱਕ ਉਹਨੂੰ ਫੜਨਾ। ਇਸੇ ਤਰ੍ਹਾਂ ਇੱਕ ਵਿਸ਼ਵਾਸੀ ਨੂੰ, ਇੱਕ ਮਸੀਹੀ ਵਿਅਕਤੀ ਨੂੰ ਜੋ ਪਰਮੇਸ਼ਵਰ ਨੇ ਕਾਰਜ ਦਿੱਤਾ ਹੋਇਆ ਹੈ, ਜਾਓ ਜਾ ਕੇ ਸਰਵੱਤ ਸ੍ਰਿਸ਼ਟੀ ਦੇ ਵਿੱਚ ਤੁਸੀਂ ਮੇਰੀ ਖੁਸ਼ਖਬਰੀ ਦਾ ਪ੍ਰਚਾਰ ਕਰੋ। ਜਦੋਂ ਪਤਰਸ ਅਤੇ ਬਾਕੀ ਚੇਲਿਆਂ ਨੂੰ ਪ੍ਰਭੂ ਨੇ ਫੜਿਆ ਸੀ ਤਾਂ ਉਹਨਾਂ ਨੂੰ ਕਿਹਾ ਸੀ ਕਿ ਮੈਂ ਹੁਣ ਤੋਂ ਤੁਹਾਨੂੰ ਮੱਛੀਆਂ ਫੜਨ ਵਾਲਾ ਨਹੀਂ, ਮਨੁੱਖਾਂ ਦਾ ਸ਼ਿਕਾਰੀ ਬਣਾ। ਪਰਮੇਸ਼ਵਰ ਨੇ ਜਿਸ ਕੰਮ ਦੇ ਲਈ ਮੈਨੂੰ ਅਤੇ ਆਪ ਨੂੰ ਚੁਣਿਆ ਹੈ, ਸਾਨੂੰ ਉਸ ਕੰਮ ਦੇ ਵਿੱਚ ਉਦੋਂ ਤੱਕ ਲੱਗੇ ਰਹਿਣਾ ਹੈ ਜਦ ਤੱਕ ਮੇਰਾ ਪ੍ਰਭੂ ਬਦਲਾ ਤੇ ਮੈਨੂੰ ਲੈਣ ਲਈ ਨਾ ਆ ਜਾਵੇ। ਇਸ ਕਰਕੇ ਪਰਮੇਸ਼ਵਰ ਨੂੰ ਉਹ ਚਾਲ ਬੜੀ ਸੋਹਣੀ ਲੱਗਦੀ ਹੈ, ਜਿਹੜਾ ਇਸ ਕੰਮ ਦੇ ਵਿੱਚ ਲੱਗਾ ਰਹਿੰਦਾ, ਜਿਹੜਾ ਹਮੇਸ਼ਾ ਇਹ ਸੋਚਦਾ ਰਹਿੰਦਾ ਇਹ ਵਿਅਕਤੀ ਮੇਰੇ ਕੋਲ ਆਇਆ ਹੈ, ਮੈਂ ਇਹਨੂੰ ਕਿਸ ਤਰ੍ਹਾਂ ਪ੍ਰਭੂ ਦਾ ਵਚਨ ਦੇ ਕੇ ਪ੍ਰਭੂ ਦੀ ਸੱਚਾਈ ਦੇ ਕੋਲ ਲੈ ਕੇ ਆਵਾਂ।
ਉਹਦੇ ਮਨ ਦੇ ਵਿੱਚ ਯੋਜਨਾ, ਔਰ ਪਰਮੇਸ਼ਰ ਉਸ ਯੋਜਨਾ ਨੂੰ ਸਕਸੈਸ ਕਰਨ ਦੇ ਲਈ ਸਾਡੇ ਜੀਵਨ ਦੇ ਵਿੱਚ ਆਪਣੇ ਪਵਿੱਤਰ ਆਤਮਾ ਦੇ ਪਵਿੱਤਰ ਵਚਨ ਦੇ ਰਾਹੀਂ ਅਜਿਹੇ ਸ਼ਬਦ ਦਿੰਦਾ ਜਿਹੜਾ ਕਿ ਉਹਨੂੰ ਉਹ ਕਾਇਲ ਕਰ ਦਿੰਦਾ ਹੈ। ਦੇਖਿਆ ਹੈ, ਪਰਮੇਸ਼ਰ ਦਾ ਆਤਮਾ ਸਹਾਇਕ ਜਦੋਂ ਆਵੇਗਾ ਉਹ ਕੀ ਕਰੇਗਾ? ਸਾਨੂੰ ਕਾਇਲ ਕਰੇਗਾ। ਕਾਹਦੇ ਵਿੱਚ? ਪਾਪ, ਧਰਮ, ਪਾਪ, ਨਿਆਂ ਅਤੇ ਧਾਰਮਿਕਤਾ ਦੇ ਵਿੱਚ, ਇਹਨਾਂ ਵਿਖੇ ਕਾਇਲ ਕਰੇ। ਉਹ ਮੇਰੇ ਜੀਵਨ ਦੇ ਵਿੱਚ ਲਕਸ਼ ਹੋਣਾ ਚਾਹੀਦਾ ਹੈ, ਇੱਕ ਸ਼ਿਕਾਰੀ ਕੁੱਤੇ ਦੇ ਤਰ੍ਹਾਂ। ਤੀਸਰਾ ਹੈ ਬੱਕਰਾ। ਬੱਕਰੇ ਨੂੰ ਕਦੇ ਤੁਸੀਂ ਦੇਖਿਆ ਨਹੀਂ ਹੋਵੇਗਾ, ਜੋ ਅਸੀਂ ਜਦੋਂ ਜੰਗਲ ਦੇ ਵਿੱਚ ਉਹਨਾਂ ਨੂੰ ਛੱਡ ਦਿੰਦੇ ਸੀ ਚਾਰਨ ਦੇ ਲਈ, ਚਰਵਾਹੀ ਕਰਨ ਦੇ ਲਈ ਅਸੀਂ ਪਸ਼ੂਆਂ ਨੂੰ ਲੈ ਕੇ ਜਾਂਦੇ ਸੀ, ਤਾਂ ਪਹਾੜੀਆਂ ਹੁੰਦੀਆਂ ਸੀ, ਸਿੱਧੀਆਂ ਪਹਾੜੀਆਂ, ਤਾਂ ਉਹ ਕੀ ਕਰਦੇ? ਸਿੱਧੇ ਟਿੱਲੇ ਦੇ ਉੱਤੇ ਚੜ ਜਾਂਦਾ ਹੈ ਉੱਪਰ ਤੱਕ। ਅਜੇ ਸਾਨੂੰ ਚੜਨ ਨੂੰ ਡਰ ਲੱਗਦਾ ਹੈ, ਲੇਕਿਨ ਉਹ ਸਿੱਧਾ ਚੜ ਜਾਂਦਾ ਹੈ। ਉਹਦਾ ਮਜ਼ਬੂਤ ਅਤੇ ਦ੍ਰਿੜ ਫੇਥ ਹੈ, ਵਿਸ਼ਵਾਸ ਹੈ। ਫਿਰ ਉਹ ਉਤਰਦਾ ਵੀ, ਅਸੀਂ ਉਹਨੂੰ ਦੇਖਦੇ ਹਾਂ ਕਿੱਦਾਂ ਕਿੱਦਾਂ ਉਤਰਦਾ, ਕਿੱਦਾਂ ਕਿੱਦਾਂ ਉਹ ਪੈਰ ਟਿਕਾਉਂਦਾ ਹੈ, ਕਿੱਦਾਂ ਕਿੱਦਾਂ ਚੱਲਦਾ ਹੈ। ਇਹਦਾ ਮਤਲਬ ਕੀ ਹੈ? ਇਹਦਾ ਅਰਥ ਕੀ ਹੈ? ਟਿੱਲੇ ਦੀ ਚੜ੍ਹਾਈ ਅਤੇ ਉਚਾਈ ਉਸ ਨੂੰ ਨਿਰਾਸ਼ ਨਹੀਂ ਕਰਦੀ, ਕਿਉਂਕਿ ਚੋਟੀ ਤੇ ਚੜ੍ਹਨਾ ਅਤੇ ਚੜ੍ਹਨ ਦੇ ਆਦੀ ਹੈ। ਮਸੀਹੀ ਜੀਵਨ ਉੱਚੇ ਟਿੱਲੇ ਤੇ ਚੜ੍ਹਨ ਵਾਂਗੂ ਹੈ। ਕੀ ਤੁਸੀਂ ਪਰਮੇਸ਼ਰ ਦੀ ਹਜ਼ੂਰੀ ਦਾ ਅਨੁਭਵ ਕਰਨਾ ਚਾਹੁੰਦੇ ਹੋ? ਤਾਂ ਤੁਹਾਨੂੰ ਮੁਸ਼ਕਲ ਚੋਟੀਆਂ ਤੇ ਚੜ੍ਹਨਾ ਪਵੇਗਾ। ਜਦੋਂ ਤੁਸੀਂ ਪਰਮੇਸ਼ਰ ਦੀ ਹਜ਼ੂਰੀ 'ਚ, ਉਹਦੀ ਬੰਦਗੀ 'ਚ ਜਾਂ ਉਹਦੀ ਸੰਗਤ ਦੇ ਵਿੱਚ ਜਾਣ ਦੇ ਲਈ ਆਪਣੇ ਆਪ ਦੀ ਤਿਆਰੀ ਕਰਦੇ ਹੋ, ਤਾਂ ਟਿੱਲੇ ਦੀ ਤਰ੍ਹਾਂ ਚੜ੍ਹਨਾ ਹੈ। ਕਿਉਂਕਿ ਉਸ ਵੇਲੇ ਬਹੁਤ ਸਾਰੀਆਂ ਮੁਸੀਬਤਾਂ ਆ ਜਾਂਦੀਆਂ, ਉਸ ਵੇਲੇ ਬਹੁਤ ਸਾਰੇ ਕੰਮ ਆ ਜਾਂਦੇ, ਉਸ ਸਮੇਂ ਬਹੁਤ ਸਾਰੇ ਰਿਸ਼ਤੇਦਾਰ ਆ ਜਾਂਦੇ, ਉਸ ਸਮੇਂ ਬਹੁਤ ਸਾਰੇ ਪਿਆਰੇ ਮਿੱਤਰ ਆ ਜਾਂਦੇ। ਉਹ ਸਾਨੂੰ ਉਸ ਸੰਗਤ ਤੋਂ ਰੋਕਣ ਦੇ ਲਈ, ਪਰ ਉੱਥੇ ਨਿਰਾਸ਼ ਨਹੀਂ, ਇੱਕ ਦ੍ਰਿੜ ਚੀਜ਼ ਸਾਨੂੰ ਰੱਖਣ ਦੀ ਲੋੜ ਹੈ। ਕਈ ਵਾਰ ਮੈਨੂੰ ਸੰਗਤ ਦੇ ਵਿੱਚ ਫੋਨ ਆਉਂਦਾ ਹੈ, ਕਈ ਬੰਦੇ ਕਹਿੰਦੇ, ਮੈਂ ਉਸ ਵੇਲੇ ਕਹਿ ਦਿੰਦਾ, ਭਾਈ ਮੈਂ ਇਸ ਵੇਲੇ ਸੰਗਤ 'ਚ ਹੈ, ਮੈਂ ਇਸ ਵੇਲੇ ਪ੍ਰਾਰਥਨਾ ਕਰ ਰਿਹਾ, ਮੈਂ ਨਹੀਂ ਕਰ ਸਕਦਾ, ਪਲੀਜ਼ ਇੰਨੇ ਟਾਈਮ ਤੋਂ ਬਾਅਦ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਮਜ਼ਬੂਤ ਟਿੱਲਾ, ਇਹ ਮਜ਼ਬੂਤ ਗੱਲ ਕਹਿਣ ਦਾ ਮੇਰੇ ਅੰਦਰ ਮਜ਼ਬੂਤ ਇਰਾਦਾ ਹੋਣਾ ਜ਼ਰੂਰੀ ਹੈ। ਜੇ ਨਹੀਂ ਹੈ ਤਾਂ ਪਿਆਰੋ, ਮੈਂ ਕਦੇ ਵੀ ਆਪਣੀ ਚਾਲ ਨੂੰ ਮਸੀਹ ਯਸੂ ਦੇ ਨਾਲ ਸੋਹਣਾ ਨਹੀਂ ਕਰ ਸਕਦਾ ਜੋ ਪਰਮੇਸ਼ਰ ਨੂੰ ਪਸੰਦ ਹੈ। ਪਰਮੇਸ਼ਰ ਨੂੰ ਆਪਣਾ ਪੁੱਤਰ ਪਸੰਦ ਸੀ, ਕਿਉਂਕਿ ਉਸ ਨੇ ਪਰਮੇਸ਼ਰ ਦੇ ਕਹੇ ਅਨੁਸਾਰ, ਉਸ ਦੀ ਆਗਿਆ ਦੇ ਅਨੁਸਾਰ ਕੰਮ ਕੀਤਾ। ਇਸ ਕਰਕੇ ਪਰਮੇਸ਼ਰ ਨੇ ਕਿਹਾ, ਇਹ ਮੇਰਾ ਪਿਆਰਾ ਪੁੱਤਰ ਹੈ, ਮੈਂ ਇਸ ਤੋਂ ਪ੍ਰਸੰਨ ਹਾਂ। ਕਿ ਸਾਡੀ ਚਾਲ ਜਾਂ ਸਾਡੀ ਭਗਤੀ, ਸਾਡੇ ਜੀਵਨ ਨੂੰ ਦੇਖ ਕੇ ਪਰਮੇਸ਼ਰ ਇਸ ਤਰ੍ਹਾਂ ਪ੍ਰਸੰਨ ਹੈ। ਜਦ ਮੁਸ਼ਕਲਾਂ ਅਤੇ ਸਮੱਸਿਆ ਆਉਣ ਤਦ ਉਦਾਸ ਅਤੇ ਨਿਰਾਸ਼ ਨਹੀਂ ਹੋਵਾਂਗੇ, ਪਰ ਚੋਟੀ ਤੇ ਪਹੁੰਚਣ ਤੱਕ ਖੁਸ਼ੀ ਅਤੇ ਆਨੰਦ ਨਾਲ ਅੱਗੇ ਵਧਾਂਗੇ। ਤੁਹਾਨੂੰ ਹਰੇਕ ਕਸੌਟੀ ਅਤੇ ਤਕਲੀਫਾਂ ਅਤੇ ਪਰੇਸ਼ਾਨੀਆਂ ਦਾ ਮੁਕਾਬਲਾ ਕਰਕੇ ਨੇਚਾ ਕਰਨੀ ਹੈ ਕਿ ਮੇਰਾ ਪ੍ਰਭੂ ਮੈਨੂੰ ਸੁਰੱਖਿਅਤ ਤਰੀਕੇ ਦੇ ਨਾਲ ਪਾਰ ਲੈ ਜਾਵੇਗਾ। ਬਹੁਤ ਅੱਛੇ ਦ੍ਰਿੜ ਇਰਾਦੇ ਨਾਲ ਚੱਲਣਾ, ਜਿਸ ਤਰ੍ਹਾਂ ਬੱਕਰਾ ਦ੍ਰਿੜ ਇਰਾਦੇ ਦੇ ਨਾਲ ਆਪਣੇ ਉਸ ਭੋਜਨ ਨੂੰ ਲੈਣ ਦੇ ਲਈ ਉਹ ਆਪਣਾ ਉਸ ਚੋਟੀ ਦੇ ਉੱਤੇ ਚੜ੍ਹਦਾ ਜਾਂਦਾ ਹੈ, ਵੱਧਦਾ ਜਾਂਦਾ ਹੈ। ਇਸੇ ਤਰ੍ਹਾਂ ਮੈਨੂੰ ਵੀ ਉਸ ਭੋਜਨ ਨੂੰ ਜੋ ਮੇਰੀ ਸੰਗਤ ਦੇ ਵਿੱਚ ਮਿਲਦਾ ਹੈ, ਮੈਨੂੰ ਦ੍ਰਿੜ ਇਰਾਦੇ ਨਾਲ ਉੱਥੇ ਜਾਣ ਦੀ ਲੋੜ ਹੈ। ਇਸ ਤਰ੍ਹਾਂ ਕਰਨਾ ਹੈ। ਅੰਤਿਮ ਗੱਲ, ਅੰਤ ਵਿੱਚ ਫਤਿਹਮੰਦ ਰਾਜਾ ਜਦੋਂ ਆਪਣੇ ਘਰ ਵਾਪਸ ਆਉਂਦਾ ਹੈ, ਵਿਰੋਧੀ ਤੋਂ ਜਿੱਤ ਕੇ ਆਉਂਦਾ ਹੈ, ਤਦ ਉਹਦੀ ਚਾਲ ਬੜੀ ਠਾਠ ਵਾਲੀ ਹੁੰਦੀ ਹੈ, ਬੜੀ ਆਨੰਦ ਵਾਲੀ ਹੁੰਦੀ ਹੈ, ਬੜੀ ਖੁਸ਼ੀ ਵਾਲੀ ਹੁੰਦੀ ਹੈ। ਇਹਦਾ ਮਤਲਬ ਕੀ ਹੈ? ਜਿਸ ਦਾ ਕੋਈ ਵਿਰੋਧੀ ਨਹੀਂ, ਉਹ ਵੀ ਦੂਜੇ 3 ਪ੍ਰਾਣੀਆਂ ਵਾਂਗ ਅਨੋਖਾ ਹੈ। ਉਸ ਦੀ ਚਾਲ ਖਾਨਦਾਨੀ ਅਤੇ ਸ਼ਾਹੀ ਹੈ। ਇਹਦਾ ਮਤਲਬ ਅਸੀਂ ਯਾਦ ਕਰਦੇ ਹਾਂ, ਪਹਿਲਾ ਪਤਰਸ 2 ਅਧਿਆਇ ਉਸ ਦੀ 9 ਹੈ। ਤੁਸੀਂ ਰਾਜ ਪਦਧਾਰੀ ਯਾਜਕਾਂ ਦੀ ਸ਼ਾਹੀ ਮੰਡਲੀ ਦੇ ਯਾਜਕ। ਇਹਦਾ ਮਤਲਬ ਸ਼ਾਹੀ
ਖਾਨਦਾਨੀ ਲੋਕ ਅਸੀਂ। ਜੋ ਰਾਜਾ ਬਣ ਜਾਂਦਾ ਹੈ ਕਿ ਖੁਦ ਬੈਰੀਆਂ ਦੇ ਸਿਪਾਹੀਆਂ ਨੂੰ ਹਰਾਵੇਗਾ ਅਤੇ ਫਤਿਹਵੰਦ ਤਰੀਕੇ ਨਾਲ ਬੈਰੀ ਦੇ ਨਗਰ ਵਿੱਚੋਂ ਗੁਜ਼ਰਦਾ ਹੈ। ਫਤਿਹਵੰਦ ਤਰੀਕੇ ਦੇ ਨਾਲ ਬੈਰੀ ਦੇ ਨਗਰ ਵਿੱਚੋਂ ਗੁਜ਼ਰਦਾ। ਇਹਦਾ ਇੱਕ ਮੈਂ ਗੱਲ ਆਪ ਨੂੰ ਦੱਸਾਂਗਾ। ਜਿਹੜੇ ਸਾਡੇ ਬੱਚੇ ਹੈ, ਜਿਹਨੂੰ ਆਪਣਾ ਪਰਮੇਸ਼ਰ ਨੇ ਕਿਹਾ ਕਿ ਉਹ ਸਾਡੇ ਤਰਕਸ਼ ਵਿੱਚ ਹੈ, ਜ਼ਬੂਰ 127 ਦਾ ਉਸ ਦਾ 5 ਆਇਤ ਦੇ ਵਿੱਚ ਲਿਖਿਆ ਹੈ। ਔਰ ਉਹ ਜੇ ਤੀਰ ਸਹੀ ਤਰੀਕੇ ਦੇ ਨਾਲ ਗਾਈਡੈਂਸ ਕੀਤੇ ਗਏ, ਸਹੀ ਤਰੀਕੇ ਦੇ ਨਾਲ ਸਿੱਖਿਆ ਕੀਤੇ ਗਏ, ਸਹੀ ਤਰੀਕੇ ਦੇ ਨਾਲ ਭਗਤੀ ਦੇ ਵਿੱਚ ਅੱਗੇ ਵਧਾਏ ਗਏ ਹੈ, ਜਦੋਂ ਲੋਕ ਉਹਨਾਂ ਨੂੰ ਤੁਰਦਿਆਂ ਵੇਖਣਗੇ ਤਾਂ ਤੁਹਾਨੂੰ ਬੈਰੀਆਂ ਦੇ ਫਾਟਕ ਦੇ ਵਿੱਚ ਬੈਠਣ ਅਤੇ ਖਲੋਣ ਦਾ ਪੂਰਾ ਅਧਿਕਾਰ, ਤੁਸੀਂ ਕਦੇ ਸ਼ਰਮਿੰਦਾ ਨਹੀਂ ਹੋਵੋਗੇ। ਇਹ ਚਾਲ ਬੜੀ ਸੋਹਣੀ ਹੈ, ਇਹ ਤੁਹਾਡੇ ਜੀਵਨ ਦੇ ਵਿੱਚ ਹੋਣੀ ਚਾਹੀਦੀ। ਇੱਕ ਸ਼ਾਹੀ ਰਾਜ ਪਦਧਾਰੀ ਯਾਜਕਾਂ ਦੀ ਮੰਡਲੀ ਦਾ ਤੁਸੀਂ ਇੱਕ ਮੈਂਬਰ ਹੋ, ਇੱਕ ਅਹੁਦਾ ਹੋ, ਜਿਸ ਦੇ ਲਈ ਪਰਮੇਸ਼ਰ ਨੇ ਤੁਹਾਨੂੰ ਚੁਣਿਆ ਹੈ, ਠਹਿਰਾਇਆ ਹੈ ਕਿ ਤੁਸੀਂ ਬੈਰੀਆਂ ਦੇ ਵਿੱਚੋਂ ਹੋ ਕੇ ਨਿਕਲੋ। ਉਹ ਤੁਹਾਡੇ ਜੀਵਨ ਨੂੰ ਦੇਖ ਕੇ ਤੁਹਾਡੇ ਉੱਤੇ ਕੋਈ ਵੀ ਦੋਸ਼ ਜਾਂ ਉਲਜ਼ ਨਹੀਂ ਲਾ ਸਕਦਾ। ਜੇ ਤੁਸੀਂ ਮਸੀਹ ਦੇ ਵਿੱਚ ਹੋ, ਤੁਹਾਨੂੰ ਇਸੇ ਤਰ੍ਹਾਂ ਦੀ ਮਸੀਹੀ ਬਣਨਾ ਚਾਹੀਦਾ ਹੈ, ਇਸ ਤਰ੍ਹਾਂ ਦੇ ਮਸੀਹੀ ਬਣਨਾ ਚਾਹੀਦਾ ਹੈ। ਸਾਡਾ ਪ੍ਰਭੂ ਚਾਹੁੰਦਾ ਹੈ ਕਿ ਤੁਸੀਂ ਜਿੱਤ ਦਾ, ਫਤਿਹਮੰਦ ਦਾ ਜੀਵਨ ਜੀਓ। ਇਸ ਤਰ੍ਹਾਂ ਦੇ ਲਈ ਉਹ ਸੰਸਾਰ ਵਿੱਚ ਆਇਆ ਸੀ। ਫਤਿਹਮੰਦ ਜੀਵਨ ਪ੍ਰਭੂ ਨੇ ਆਪਣਾ ਇਸ ਧਰਤੀ ਦੇ ਉੱਤੇ ਬਤੀਤ ਕੀਤਾ ਹੈ। ਉਹ ਤੁਹਾਨੂੰ ਫੁੱਟਬਾਲ ਵਰਗੇ ਮਸੀਹ ਨਹੀਂ ਬਣਾਉਣਾ ਚਾਹੁੰਦਾ ਹੈ। ਇੱਧਰ ਵੀ ਉੱਧਰ ਵੀ ਨੱਠੋ, ਇੱਧਰ ਵੀ ਨੱਠੋ, ਉੱਧਰ ਵੀ ਨੱਠੋ, ਨਹੀਂ। ਕਈ ਮਸੀਹੀ ਸਭਾ ਵਿੱਚ ਬਹੁਤ ਹੀ ਪ੍ਰਸੰਨ ਹੁੰਦੇ ਹਨ, ਆਤਮਾ ਦੇ ਨਾਲ ਭੁੜਕਦੇ ਹਨ, ਖੁਸ਼ੀ ਦੇ ਨਾਲ ਗਾਉਂਦੇ ਹਨ, ਪਰ ਸਭਾ ਸਮਾਪਤ ਹੁੰਦੀ ਹੈ ਤਾਂ ਕਿਸੇ ਸਿੱਖਿਆ ਦੇਣ ਵਾਲੇ ਅਤੇ ਮਹੀਨਿਆਂ ਤੱਕ ਉੱਥੇ ਹੀ ਪਏ ਰਹਿੰਦੇ ਹਨ, ਅੱਗੇ ਵਧਦੇ ਹੀ ਨਹੀਂ। ਉਹਨਾਂ ਦਾ ਸਟਿਲ ਉੱਥੇ, ਉਹਨਾਂ ਨੂੰ ਕੋਈ ਗੱਲ ਪੁੱਛੀਏ ਤਾਂ ਇੱਕੋ ਹੀ ਗੱਲ ਦੁਹਰਾਉਂਦੇ। ਅਜਿਹੇ ਮਸੀਹੀ ਜੀਵਨ ਬਤੀਤ ਕਰਨ ਦੇ ਲਈ ਪਰਮੇਸ਼ਰ ਨੇ ਮੈਨੂੰ ਅਤੇ ਆਪ ਨੂੰ ਸ਼ਾਹੀ ਮੰਡਲੀ ਦਾ ਅੰਗ ਨਹੀਂ ਬਣਾਇਆ। ਉਹਨੇ ਸਾਨੂੰ ਸ਼ਾਹੀ ਮੰਡਲੀ ਦੇ ਵਿੱਚ ਜਿੱਤ ਦਾ ਅੰਗ ਬਣਾਇਆ ਹੈ, ਉਸ ਜਿੱਤ ਦਾ ਜਿਸ ਤੋਂ ਕੋਈ ਜਿੱਤ ਨਹੀਂ ਸੀ ਸਕਦਾ, ਪਾਪ ਤੋਂ ਕੋਈ ਜਿੱਤ ਨਹੀਂ ਸੀ ਸਕਦਾ, ਲੇਕਿਨ ਮੇਰਾ ਪ੍ਰਭੂ ਪਰਮੇਸ਼ਰ ਦੀ ਸਮਰੱਥਾ ਨਾਲ ਜਿੱਤ ਕੇ ਉਹ ਜਿੱਤ ਮੈਨੂੰ ਦੇ ਕੇ ਗਿਆ ਹੈ। ਅਸੀਂ ਅੱਜ ਉਹਦੇ ਵਿੱਚ ਫਤਿਹਮੰਦ ਜੀਵਨ ਬਤੀਤ ਕਰ ਰਹੇ ਹਾਂ। ਇਸ ਕਰਕੇ ਅਸੀਂ ਸ਼ਾਨ ਦੇ ਨਾਲ ਚੱਲਦੇ ਹਾਂ, ਕਿਉਂਕਿ ਮੈਂ ਮਸੀਹ ਯਿਸੂ ਵਿੱਚ ਹਾਂ। ਅਜਿਹੇ ਰਾਜੇ ਦੇ ਵਰਗੇ ਬਣਨਾ ਹੈ ਜਿਹੜਾ ਬੜੇ ਆਨੰਦ ਦੇ ਨਾਲ ਆਪਣੀ ਪ੍ਰਜਾ ਦੇ ਵਿੱਚ, ਬੈਰੀਆਂ ਦੇ ਵਿੱਚ ਹੋ ਕੇ ਚੱਲਦਾ ਹੈ, ਕਿਉਂਕਿ ਬੈਰੀ ਸ਼ਰਮਿੰਦੇ ਹੈ, ਪਰ ਉਹ ਜਿੱਤ ਦੇ ਵਿੱਚ ਹੈ। ਕਿਵੇਂ ਜਿੱਤ ਦੇ ਵਿੱਚ ਹੈ? ਪਹਿਲੀ ਗੱਲ ਸੱਚਾਈ ਦੇ ਨਾਲ, ਦੂਸਰੀ ਗੱਲ ਪ੍ਰੇਮ ਦੇ ਨਾਲ, ਤੀਸਰੀ ਗੱਲ ਆਗਿਆਕਾਰੀ ਦੇ ਨਾਲ, ਚੌਥੀ ਗੱਲ ਪਵਿੱਤਰਤਾ। ਇਹ ਜਿਹੜੀਆਂ ਚੀਜ਼ਾਂ ਹੈ ਉਹਦੀ ਜਿੱਤ ਦਾ ਸਿਰਾ ਹੈ। ਅਜਿਹੀ ਚਾਲ ਪਰਮੇਸ਼ਰ ਨੂੰ ਪਸੰਦ ਹੈ, ਅਜਿਹੀ ਚਾਲ ਪਰਮੇਸ਼ਰ ਨੂੰ ਪਸੰਦ ਹੈ। ਸਾਨੂੰ ਸ਼ਿਕਾਰੀ ਕੁੱਤਾ ਅਤੇ ਸ਼ੇਰ ਵਰਗਾ ਅਤੇ ਰਾਜੇ ਦੇ ਵਰਗੀ ਚਾਲ ਦੇ ਵਿੱਚ ਚੱਲਣਾ ਹੈ, ਤਾਂ ਕਿ ਜਦੋਂ ਮੇਰਾ ਪ੍ਰਭੂ ਆਵੇ ਸਾਨੂੰ ਉਸ ਚਾਲ ਦੇ ਵਿੱਚ ਵੇਖਦਿਆਂ ਹੋਇਆ ਆਪਣੇ ਰਾਜ ਵਿੱਚ ਲੈ ਲਵੇ ਅਤੇ ਕਹੇ, ਐ ਮੇਰੇ ਪਿਤਾ ਦੇ ਮੁਬਾਰਕ ਲੋਕੋ, ਆਓ ਸਵਰਗ ਰਾਜ ਤੁਹਾਡਾ ਹੈ, ਮੇਰੇ ਸੱਜੇ ਪਾਸੇ ਆਣ ਬੈਠੋ। ਅਸੀਂ ਬੈਠਣਾ ਹੈ, ਇਹ ਆਨੰਦ ਦੀ ਗੱਲ ਹੈ। ਇਸ ਲਈ ਪਰਿਸਥਿਤੀਆਂ ਚਾਹੇ ਕਿਹੋ ਜਿਹੀਆਂ ਵੀ ਹੋਣ, ਸਾਨੂੰ ਪ੍ਰਭੂ ਦੀ ਚਾਲ ਅਤੇ ਸੁਭਾਅ ਦੇ ਵਿੱਚ ਵੱਧਦੇ ਰਹਿਣਾ ਹੈ ਜਦ ਤੱਕ ਉਹ ਆ ਨਾ। ਪ੍ਰਭੂ ਆਪ ਨੂੰ ਇਸ ਵਚਨ ਦੇ ਨਾਲ ਆਸ਼ੀਸ਼ ਦੇਵੇ। ਜੈ ਮਸੀਹ।